ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਬਹੁਤ ਖੁਸ਼ੀ ਹੈਗੀ ਸੀ ਚੈਨਲ ਟੀਮ ਪਹੁੰਚੀ ਹੈਗੀ ਪੈਨਾਮਾ ਸਿਟੀ, ਪੈਨਾਮਾ ਸੈਂਟਰਲ ਅਮਰੀਕਾ, ਜਿੱਥੇ ਆਪਣੇ ਪੰਜਾਬੀ ਭਾਈਚਾਰਾ ਸਿੱਖ ਭਰਾ ਵੀ ਪਹੁੰਚ ਕੇ ਇੱਥੇ ਤਰੱਕੀ ਕਰਦੇ, ਕਾਫੀ ਮਿਹਨਤ ਕਰਦੇ। ਸਾਨੂੰ ਜੁੜਿਓ ਹੈਗੇ ਚੈਨ ਸਿੰਘ ਜਿਨ੍ਹਾਂ ਨੂੰ ਕਾਫੀ ਦੇਰ ਹੋ ਗਈ ਇੱਥੇ ਪੈਨਾਮਾ ਨੂੰ ਪਹੁੰਚਿਆਂ ਨੂੰ। ਇਹਨਾਂ ਨੂੰ ਅਸੀਂ ਮਿਲ ਕੇ ਇਹਨਾਂ ਦੀ ਜਾਣਕਾਰੀ ਲਈਏ। ਉਸ ਤੋਂ ਬਾਅਦ ਇਹਨਾਂ ਦੇ ਨੌਜਵਾਨ ਜਵਾਈ ਹਰਪ੍ਰੀਤ ਸਿੰਘ ਉਹ ਵੀ ਸਾਡੇ ਨਾਲ ਜੁੜਿਓ ਹੈਗੇ, ਉਹਨਾਂ ਨੂੰ ਵੀ ਅਸੀਂ ਜਾਣਕਾਰੀ ਲਵਾਂਗੇ ਕਿ ਕਿਸ ਤਰ੍ਹਾਂ ਇੱਥੇ ਰਹਿੰਦੇ, ਕਿਸ ਤਰ੍ਹਾਂ ਇਹਨਾਂ ਦਾ ਕੰਮਕਾਰ, ਕਿਸ ਤਰ੍ਹਾਂ ਦੀ ਲਾਈਫ ਇੱਥੇ ਹੈਗੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਸਿੱਖ ਚੈਨਲ ਇੰਗਲੈਂਡ ਤੋਂ ਜੋ ਆਏ ਸੱਜਣ ਨੇ, ਇਹਨਾਂ ਵੀਰਾਂ ਦਾ ਮੈਂ ਬਹੁਤ ਧੰਨਵਾਦ ਕਰਦਾ। ਪਨਾਮੇ ਵਿੱਚ ਆਏ ਨੇ, ਬੜੀ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ। ਮੈਂ ਆਪਣੇ ਬਾਰੇ ਦੱਸਾਂ ਕੁਛ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਚੈਨ ਸਿੰਘ ਹੈ। ਪੰਜਾਬ ਤੋਂ ਗੁਰਦਾਸਪੁਰ ਜ਼ਿਲ੍ਹੇ ਤੋਂ ਕਾਦੀਆਂ ਲਾਗੇ ਮੇਰਾ ਪਿੰਡ ਹੈ ਜੋਗੀ ਚੀਮਾ। ਸੰਨ 1972 ਵਿੱਚ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ MA ਇਨ ਇੰਗਲਿਸ਼ ਦੀ ਪੜ੍ਹਾਈ ਕੀਤੀ ਸੀ, MA ਇੰਗਲਿਸ਼ ਦੀ ਡਿਗਰੀ ਲਈ ਸੀ। ਉਸ ਤੋਂ ਬਾਅਦ ਮੈਂ 91 ਦੇ ਐਂਡ ਵਿੱਚ ਪਨਾਮਾ ਆਇਆ ਸੀ। ਇੱਥੇ ਮੇਰੇ ਰਿਸ਼ਤੇਦਾਰ ਸੀ ਜਿਨ੍ਹਾਂ ਕੋਲ ਮੈਂ ਆਇਆ। ਉਸ ਵੇਲੇ ਪਨਾਮੇ ਵਿੱਚ ਇੱਕ ਵੀ, ਸਾਰੇ ਮੁਲਕ ਵਿੱਚ ਇੱਕ ਵੀ ਕੇਸਾਧਾਰੀ ਜਾਂ ਪੱਗ ਵਾਲਾ ਸਿੱਖ ਨਹੀਂ ਸੀ। ਮੈਨੂੰ ਵੀ ਮਜਬੂਰ ਕੀਤਾ ਜਾ ਰਿਹਾ ਸੀ ਕਿ ਤੂੰ ਕੇਸ ਕਟਾ ਦੇ, ਤੈਨੂੰ ਚੋਰ ਫੜ ਲੈਣਗੇ, ਤੇਰੇ 'ਤੇ ਕੋਈ ਐਕਸ਼ਨ ਹੋ ਜੂ, ਇਹ ਹੋ ਜੂ, ਉਹ ਹੋ ਜੂ। ਪਰ ਮੈਂ ਇਹਨਾਂ ਦੀ ਕੋਈ ਗੱਲ ਨਹੀਂ ਮੰਨੀ। ਮੈਂ ਪੱਗ ਨਾਲ ਕੇਸਾਧਾਰੀ ਰਿਹਾ 10 ਸਾਲ ਇਕੱਲਾ, ਸਾਰੇ ਮੁਲਕ ਵਿੱਚ ਇੱਕ ਸਿੱਖ। ਬੜੀ ਮੁਸ਼ਕਿਲ ਆਈ ਸੀ, ਇਸ ਗੱਲ ਕੋਈ ਸ਼ੱਕ ਨਹੀਂ। ਜਦੋਂ ਬਾਹਰ ਜਾਈਦਾ ਸੀ ਹਰ ਬੰਦਾ ਪੁੱਛਦਾ ਸੀ ਇਹ ਕੀ ਆ, ਇਹ ਹੈਟ ਕਿੱਥੋਂ ਮਿਲਦਾ, ਸਾਨੂੰ ਵੀ ਲਿਆ ਕੇ ਦੇ। ਖਾਸ ਤੌਰ 'ਤੇ ਜਨਾਨੀਆਂ ਬਹੁਤ ਲਾਈਕ ਕਰਦੀਆਂ ਸੀ, ਪਰ ਮੈਨੂੰ ਕਿਸੇ ਨੇ ਤੰਗ ਨਹੀਂ ਕੀਤਾ। ਮੈਂ ਬੜੀ ਖੁਸ਼ੀ ਨਾਲ ਇੱਥੇ ਰਹਿ ਰਿਹਾ। 27 ਸਾਲ ਹੋ ਗਏ ਨੇ ਮੈਨੂੰ, ਮੈਂ ਠੀਕ ਠਾਕ ਰਹਿ ਰਿਹਾ। ਉਸ ਤੋਂ ਬਾਅਦ ਸੰਗਤ ਜਿਹੜੀ ਸੀ ਸਿੱਖ ਥੋੜ੍ਹੀ ਸੀ ਪਨਾਮੇ ਵਿੱਚ, 2 ਹਿੱਸਿਆਂ ਵਿੱਚ ਵੰਡੀ ਸੀ। ਮਸਾਂ 20% ਗੁਰਦੁਆਰਾ ਸਾਹਿਬ ਜਾਂਦੇ ਸੀ, 80% ਗੁਰਦੁਆਰਾ ਸਾਹਿਬ ਨਹੀਂ ਸੀ ਜਾਂਦੇ। ਪਾਠ ਕਰਨ ਵਾਲਾ ਕੋਈ ਸਿੰਘ ਨਹੀਂ ਸੀ। ਮੈਨੂੰ ਥੋੜ੍ਹੀ ਜਿਹੀ ਬਾਬੇ ਦੀ ਕਿਰਪਾ ਸੀ ਅਤੇ ਮੈਂ ਫਿਰ ਇੱਕ ਹਫ਼ਤਾ ਸੰਗਰਾਂਦ ਵਾਲੇ ਦਿਨ, ਸੰਗਰਾਂਦ ਤੋਂ ਬਾਅਦ ਐਤਵਾਰ ਵਾਲੇ ਦਿਨ ਕਿਸੇ ਘਰ ਵਿੱਚ ਜਿਹੜੇ 80% ਲੋਕ ਸੀ ਉਹ ਮੈਨੂੰ ਲੈ ਜਾਂਦੇ ਸੀ। ਉੱਥੇ ਪਾਠ ਕਰਕੇ ਸੰਗਰਾਂਦ ਦਾ ਭੋਗ ਪਾ ਕੇ ਮਨਾਇਆ ਜਾਂਦਾ ਸੀ। ਬਾਕੀ ਦੇ 3 ਐਤਵਾਰ ਮੈਂ ਗੁਰਦੁਆਰਾ ਸਾਹਿਬ ਜਾਂਦਾ ਸਾਂ, ਉੱਥੇ ਵੀ ਮੈਂ ਹੀ ਪਾਠ ਕਰਦਾ ਸਾਂ। 10 ਸਾਲ ਬਾਅਦ ਇੱਕ ਭਾਈ ਗੁਰਦੁਆਰਾ ਸਾਹਿਬ ਨੂੰ ਨਸੀਬ ਹੋਇਆ ਅਤੇ ਸਿੱਖ ਸੰਗਤ ਜਿਹੜੀ ਆ ਜੁੜੀ। ਉਦੋਂ ਮੈਂ ਬੜਾ ਲੈਕਚਰ ਕਰਦਾ ਹੁੰਦਾ ਸੀ ਕਿ ਤੁਸੀਂ ਘੱਟੋ ਘੱਟ ਹੋਰ ਨਹੀਂ ਕੁਛ ਤੇ ਵਿਸਾਖੀ ਵਾਲੇ ਦਿਨ ਹੀ ਪਰਨੇ ਬੰਨ੍ਹ ਕੇ ਆ ਜਾਓ। ਹੁਣ ਬਾਬੇ ਦੀ ਇੰਨੀ ਕਿਰਪਾ ਕਿ ਇੱਥੇ 10-12 ਬੀਬੀਆਂ, 10-12 ਸਿੰਘ ਅੰਮ੍ਰਿਤਧਾਰੀ ਨੇ। ਬੜੀ ਕਿਰਪਾ ਬਾਬੇ ਦੀ। ਮਸਾਂ 40-50 ਫੈਮਲੀਜ਼ ਨੇ ਪਨਾਮੇ ਵਿੱਚ ਪੰਜਾਬ ਦੇ। ਬੜੀ ਖੁਸ਼ੀ ਨਾਲ ਸਾਰੇ ਠੀਕ ਠਾਕ ਰਹਿ ਰਿਹਾ। ਬੜੀ ਕਿਰਪਾ ਬਾਬੇ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਖੁਸ਼ੀ ਹੋਈ ਸਿੱਖ ਚੈਨਲ ਟੀਮ ਨੂੰ ਤੁਹਾਡੀ ਮੁਲਾਕਾਤ ਕਰਕੇ, ਤੁਹਾਨੂੰ ਮਿਲ ਕੇ। ਤੁਸੀਂ ਪਹਿਲੇ ਦਸਤਾਰਧਾਰੀ ਸਿੱਖ ਇੱਥੇ ਪੈਨਾਮਾ ਦੇ ਵਿੱਚ ਆਏ ਐਂਡ ਉਹ ਸਾਨੂੰ ਗੱਲਾਂ ਯਾਦ ਆ ਗਈਆਂ ਜਦੋਂ ਸਾਡੇ ਪਿਤਾ ਵੀ ਆਏ ਸੀ ਇੰਗਲੈਂਡ ਪਹਿਲੀ ਵਾਰੀ 1965 ਦੇ ਵਿੱਚ। ਉਦੋਂ ਵੀ ਸਾਰਿਆਂ ਨੂੰ ਕਹਿੰਦੇ ਸੀ ਕੇਸ ਕਟਾਵੋ ਤਾਂ ਤੁਹਾਨੂੰ ਜੋਬ ਮਿਲਣੀ। ਪਰ ਦਾਸ ਦੇ ਪਿਤਾ ਨੇ, ਡਾਕਟਰ ਤਾਰਾ ਸਿੰਘ, ਉਹਨੇ ਕਿਹਾ ਸੀ ਅਸੀਂ ਬੇਸ਼ੱਕ ਵਾਪਸ ਚਲ ਜਾਈਏ ਇੰਗਲੈਂਡ ਤੋਂ, ਅਸੀਂ ਕੇਸ ਨਹੀਂ ਕਟਾਉਣੇ। ਉਹ ਵੀ ਉਹਨਾਂ ਨੂੰ ਸਿੰਘ ਸਾਦੇ ਸੀ, ਸਾਡੇ ਟਾਊਨ ਦੇ ਵਿੱਚ ਕੋਲ ਇਕੱਲੇ ਸਿੰਘ ਸੀ ਉੱਤੇ। ਇਸ ਕਰਕੇ ਬਹੁਤ ਖੁਸ਼ੀ ਆ ਦਾਸ ਨੂੰ, ਸਾਰੇ ਸਿੱਖ ਟੀਮ ਨੂੰ, ਵੀ ਤੁਸੀਂ ਆਪਣੀ ਕੇਸ, ਦਸਤਾਰ, ਸਿੱਖੀ, ਗੁਰਮੁਖੀ ਕਾਇਮ ਰੱਖੀ। ਮੈਂ ਇੱਕ ਹੋਰ ਬੇਨਤੀ ਕਰਾਂ ਜੀ। ਉਸ ਵੇਲੇ ਕਿਉਂਕਿ ਕੋਈ ਸਿੱਖ ਨਹੀਂ ਸੀ ਇੱਥੇ, ਜਦੋਂ ਸਾਨੂੰ ਗ੍ਰੀਨ ਕਾਰਡ ਲੈਣਾ ਪੈਂਦਾ ਸੀ ਜਾਂ ਹੋਰ ਕੋਈ ਪਰਮਿਟ ਲੈਣਾ ਪੈਂਦਾ ਸੀ ਜਾਂ ਡਰਾਈਵਿੰਗ ਲਾਇਸੈਂਸ ਬਣਾਉਣਾ ਪੈਂਦਾ ਸੀ ਜਾਂ ਕਿਤੇ ਗੱਡੀ ਗਲਤ ਚਲਾਨ ਹੋਏ ਤਾਂ ਭੁਗਤਣੀ ਪੈਂਦੀ ਸੀ ਜਾਂ ਕਿਸੇ ਵੀ ਸਰਕਾਰੀ ਦਫ਼ਤਰ ਜਾਣਾ ਪੈਂਦਾ ਸੀ ਤਾਂ ਪੱਗ ਉਤਾਰਨੀ ਪੈਂਦੀ ਸੀ। ਇੱਕ ਵਾਰੀ ਮੈਂ ਨਾ ਉਤਾਰੀ ਅਤੇ ਉਹ ਲੇਡੀ ਮੈਜਿਸਟਰੇਟ ਸੀ, ਕਹਿੰਦੀ ਮੇਰੀ ਨੌਕਰੀ ਜਾਂਦੀ ਆ, ਕੈਮਰਾ ਲੱਗਾ ਪਿੱਛੇ, ਤੈਨੂੰ ਪੱਗ ਉਤਾਰਨੀ ਪੈਣੀ ਸਰ। ਉਹਦੇ ਲਾਗੇ ਮੈਂ ਉਤਾਰ ਕੇ ਪੱਗ ਆਪਣੀ ਚਲਾਨ ਭੁਗਤ ਲਈ। ਫਿਰ ਮੈਂ ਕੇਸ ਕੀਤਾ ਸੀ। ਇੱਕ ਸਾਡੇ ਐਂਬੈਸਡਰ ਆਇਆ ਸੀ ਜਲੰਧਰ ਤੋਂ, ਬਾਲ ਆਨੰਦ, ਪੰਜਾਬੀ ਸੀ। ਉਹਨੂੰ ਮੈਂ ਰਿਕੁਐਸਟ ਕੀਤੀ, ਕੇਸ ਕੀਤਾ ਗੌਰਮੈਂਟ 'ਤੇ, ਉੱਥੇ ਗੌਰਮੈਂਟ ਕੋਲ ਫੋਰਨ ਯੂਨੀਵਰਸਿਟੀ ਵਿੱਚ। ਉਹ ਬੰਦਾ ਚੰਗਾ ਸੀ, ਕਹਿੰਦਾ ਸਾਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ, ਜੇ ਸਿੱਖ ਨੇ ਨਹੀਂ ਪੱਗ ਲਾਉਣੀ ਚਾਹੀਦੀ ਨਾ ਲਾਉਣ, ਸਾਨੂੰ ਕੀ ਤਰ੍ਹਾਂ ਦਾ। ਉਹਨੇ ਉਸੇ ਸਾਨੂੰ ਪਰਮਿਸ਼ਨ ਦੇ ਦਿੱਤੀ। ਫਿਰ ਸਾਡਾ ਗ੍ਰੀਨ ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਹੋਰ ਡਾਕੂਮੈਂਟਸ ਸਾਰੇ ਪੱਗ ਨਾਲ ਬਣਦਾ ਪਏ। ਹੁਣ ਮੈਂ ਸਾਰੇ ਪੱਗ ਨਾਲ ਮੇਰੇ ਡਾਕੂਮੈਂਟਸ ਮੇਰੇ ਕੋਲ ਨੇ। ਤੁਸੀਂ ਜਦੋਂ ਪਹਿਲਾਂ ਆਏ ਸੀ ਕੰਮ ਕਰ ਕੀ ਕੀਤਾ, ਤੁਹਾਡੇ ਕੋਈ ਮੁਸ਼ਕਿਲ ਆਈਆਂ ਕੰਮਣ ਦੀਆਂ? ਕਿਸ ਹਾਲਾਤ ਵਿੱਚ ਤੁਸੀਂ ਇੱਥੇ ਰਿਹਾਇਸ਼ੀ ਕਿਸ ਤਰ੍ਹਾਂ ਰਹੇ? ਹਾਂਜੀ, 2 ਸਾਲ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਇੱਕ ਸਟੋਰ ਵਿੱਚ ਨੌਕਰੀ ਦਵਾਈ ਸੀ, ਪਰ ਉਹ ਨੌਕਰੀ ਇਸ ਤਰ੍ਹਾਂ ਦੀ ਸੀ ਕਿ ਨਾ ਰੋਟੀ ਖਾਣੀ ਅਤੇ ਨਾ ਭੁੱਖੇ ਮਰਨਾ, ਇੱਦਾਂ ਦਾ ਕੰਮ ਸੀ।
2 ਸਾਲ ਬਾਅਦ ਮੈਂ ਛੱਡ ਕੇ ਤੇ ਜਿਹੜਾ ਬਾਕੀ ਪੰਜਾਬੀ ਕੰਮ ਕਰਦੇ ਉਹ ਸ਼ੁਰੂ ਕਰ ਲਿਆ। ਉਹਦੇ ਵਿੱਚ ਮੈਨੂੰ ਚੰਗਾ ਫਾਇਦਾ ਹੋਇਆ। ਹੁਣ ਬਾਬੇ ਦੀ ਇੰਨੀ ਕਿਰਪਾ, ਬੜੀ ਕਿਰਪਾ ਉਹਦੀ, ਮੈਂ ਦੱਸ ਨਹੀਂ ਸਕਦਾ। ਬਹੁਤ ਕਿਰਪਾ, ਮੈਂ ਬਹੁਤ ਖੁਸ਼ ਹਾਂ। ਪਿਛਲਾ ਤੁਸੀਂ ਆਪਣਾ ਕਨੈਕਸ਼ਨ ਰੱਖਿਆ ਪੰਜਾਬ ਨਾਲ, ਤੁਸੀਂ ਇੰਡੀਆ ਆਉਂਦੇ ਜਾਂਦੇ ਰਹਿੰਦੇ? ਬਿਲਕੁਲ ਜੀ, ਮੈਂ ਇੰਡੀਆ ਆਉਂਦਾ ਜਾਂਦਾ ਰਹਿਣਾ। 2 ਬੱਚੇ ਨੇ ਮੇਰੇ, ਵੱਡੀ ਲੜਕੀ ਆ, ਉਹ ਵੀ ਐਮ ਇੰਗਲਿਸ਼ ਆ। ਉਹਦੇ ਮੈਂ ਇੰਡੀਆ ਜਾ ਕੇ ਵਿਆਹ ਕੀਤਾ ਸੀ। ਇਹ ਮੇਰਾ ਦਮਾਮ ਇੰਡੀਆ ਤੋਂ ਲੈ ਕੇ ਆਏ ਸਾਂ। ਲੜਕਾ ਵੀ ਮੈਂ ਇੰਡੀਆ ਜਾ ਕੇ ਵਿਆਹ। ਉਹ ਵੀ, ਉਹਦੇ ਮੇਰੇ 2 ਬੱਚੇ ਪੋਤੇ ਨੇ, ਪੋਤੀ ਇੱਕ ਪੋਤਾ। ਅਤੇ ਮੇਰੀ ਨੂੰਹ ਵੀ ਇੰਡੀਆ ਦੀ ਆ। ਸਾਡਾ ਲਿੰਕ ਇੰਡੀਆ ਨਾਲ ਹੀ ਆ ਜੀ। ਅਸੀਂ ਜਾਂਦੇ ਹਾਂ ਉੱਥੇ, ਸਾਡਾ ਘਰ ਆ ਉੱਥੇ, ਜ਼ਮੀਨ ਆ, ਜਾਇਦਾਦ ਆ, ਸਭ ਕੁਛ ਆ। ਬਹੁਤ ਬਹੁਤ ਖੁਸ਼ੀ ਆ। ਹਰਪ੍ਰੀਤ ਸਿੰਘ, ਤੁਸੀਂ ਸੁਣਿਆ ਆਪਣੇ ਸਹੁਰੇ ਸਾਹਿਬ ਤੋਂ ਇਹਨੀ ਕਿੰਨੀ ਇੱਥੇ ਤਰੱਕੀਆਂ ਕੀਤੀਆਂ, ਮੁਸ਼ਕਿਲਾਂ ਵੀ ਇਕੱਠੀਆਂ, ਪਰ ਆਪਣੀ ਸਿੱਖੀ ਸਰੂਪ ਰੱਖਿਆ। ਤਾਂ ਤੁਸੀਂ ਦੱਸੋ, ਤੁਹਾਨੂੰ ਕਦੋਂ ਆਏ, ਤੁਸੀਂ ਕੀ ਕੰਮ ਕਰਦੇ? ਤਾਂ ਇਸ ਪਨਾਮਾ ਸਿਟੀ, ਪਨਾਮਾ 'ਚ ਤੁਹਾਨੂੰ ਕਿਸ ਤਰ੍ਹਾਂ ਲੱਗਦੀ ਕਿਰਤ ਕਮਾਈ? ਜੀ ਮੈਂ ਇੱਥੇ 2001 ਵਿੱਚ ਆਇਆ ਸੀਗਾ, ਅਤੇ ਉਸ ਤੋਂ ਬਾਅਦ ਮੈਂ BSc B.Ed ਸੀਗਾ। ਪਰ ਇੱਥੇ ਕਿਉਂਕਿ ਲੈਂਗੁਏਜ ਡਿਫਰੈਂਟ ਹੋਣ ਕਰਕੇ ਕੋਈ ਕੰਮ ਕਰਨਾ ਇੰਨਾ ਸੌਖਾ ਨਹੀਂ ਗਾ ਕਿਸੇ ਵੀ ਡਿਪਾਰਟਮੈਂਟ ਵਿੱਚ ਜਾਂ ਕਿਸੇ ਵੀ। ਥੋੜ੍ਹੀ ਮੁਸ਼ਕਿਲ ਆਈ ਕਿਉਂਕਿ ਲੈਂਗੁਏਜ ਨਹੀਂ ਸੀਗੀ ਆਉਂਦੀ। ਕੁਛ ਸਿੱਖੀ, ਕੁਛ 6-7 ਮਹੀਨੇ ਲਗਾ ਕੇ ਸਿੱਖੀ ਜਾਂ ਲੈਂਗੁਏਜ ਆ ਗਈ। ਫਿਰ ਮੈਂ ਆਪਣਾ ਹੀ ਕੰਮ ਸ਼ੁਰੂ ਕੀਤਾ ਇਹਨਾਂ ਦੇ ਨਾਲ ਹੀ। ਵਧੀਆ ਇਸ ਸਮੇਂ 'ਚ ਕੰਮ ਚੱਲ ਰਿਹਾ, ਜਾਂ ਆਪਣੇ ਕਰ ਲੈ ਲਿਆ ਸਭ ਕੁਛ। ਅਗਾਂਹ ਹੋਰ ਪ੍ਰੋਗਰੈਸ ਹੋ ਰਹੀ ਹੈ, ਬੜੀ ਬਾਬੇ ਦੀ ਕਿਰਪਾ ਹੈ। ਤੁਹਾਡੇ ਬੱਚੇ ਵੀ ਹੈਗੇ, 2 ਛੋਟੇ ਬੱਚੇ ਆ, ਉਹ ਕਿਸ ਤਰ੍ਹਾਂ ਪੜ੍ਹਾਈ ਕਰਦੇ? ਤਾਂ ਉਹ ਹੁਣ ਇੱਥੇ ਕਿਸ ਤਰ੍ਹਾਂ ਇਸ ਮਾਹੌਲ ਦੇ ਨਾਲ ਰਹਿੰਦੇ? ਹਾਂਜੀ, ਮੇਰੇ 2 ਛੋਟੇ ਬੱਚੇ ਆ। ਇਹ ਲੜਕਾ 10 ਸਾਲ ਦਾ ਔਰ ਲੜਕੀ 12 ਸਾਲ ਦੀ ਹੈ, ਔਰ ਪੜ੍ਹ ਰਹੇ ਆ ਇੱਥੇ ਵਧੀਆ ਸਕੂਲ 'ਚ ਪੜ੍ਹ ਰਹੇ ਆ। ਅਤੇ ਅਸੀਂ ਉਹਨਾਂ ਨੂੰ ਆਪਣੇ ਘਰ ਵਿੱਚ ਪੰਜਾਬੀ, ਉਹ ਸਪੈਨਿਸ਼ ਇੰਗਲਿਸ਼ ਅਤੇ ਸਕੂਲੋਂ ਸਿੱਖਦੇ ਆਪਣੇ, ਅਤੇ ਅਸੀਂ ਉਹਨਾਂ ਨੂੰ ਘਰ ਵਿੱਚ ਪੰਜਾਬੀ ਬੋਲਦੇ ਹਾਂ ਅਤੇ ਉਹਨਾਂ ਨੂੰ ਪੰਜਾਬੀ ਪੜ੍ਹਾਉਂਦੇ ਹਾਂ। ਅਤੇ ਉਹ ਪੰਜਾਬੀ ਪੜ੍ਹ ਲੈਂਦੇ ਆ, ਥੋੜ੍ਹੀ ਬਹੁਤ ਲਿਖ ਵੀ ਲੈਂਦੇ ਆ। ਪਾਠ ਵੀ ਉਹਨਾਂ ਨੂੰ ਕਰਨਾ ਸਿਖਾਉਂਦੇ ਹਾਂ, ਔਰ ਜਪਜੀ ਸਾਹਿਬ ਦਾ ਪਾਠ ਉਹਨਾਂ ਨੂੰ ਜ਼ਬਾਨੀ ਯਾਦ ਆ। ਹੁਣ ਮਤਲਬ ਆਪਣੇ ਕਲਚਰ ਨਾਲ ਉਹਨਾਂ ਨੂੰ ਥੋੜ੍ਹਾ ਜੋੜ ਕੇ ਰੱਖਿਆ ਹੈ। ਹਾਂਜੀ, ਬਹੁਤ ਬਹੁਤ ਅੱਛੀ ਚੀਜ਼ ਹੈਗੀ। ਤੁਸੀਂ ਇੰਨੀ ਦੂਰ ਇੰਡੀਆ ਤੋਂ ਆਏ, ਪੰਜਾਬ ਤੋਂ ਆਏ ਆ, ਪਰ ਤੁਸੀਂ ਆਪਣੇ ਧਰਮ ਨਹੀਂ ਛੱਡਿਆ, ਬੱਚੇ ਨੂੰ ਗਾਹਾਂ ਸਿਖਾਉਂਦੇ ਪੰਜਾਬੀ ਗੁਰਮੁਖੀ, ਬਹੁਤ ਜ਼ਰੂਰੀ ਹੈਗੀ। ਐਂਡ ਇਹ ਭਾਸ਼ਾ ਦੀ ਗੱਲ ਕਰੋ ਪਹਿਲਾਂ, ਚੈਨਨ ਸਿੰਘ ਜੀ, ਭਾਸ਼ਾ ਕਿੰਨੀ ਜ਼ਰੂਰੀ ਹੈਗੀ ਆਪਣੀ ਭਾਸ਼ਾ ਨਾਲ ਲਿੰਕ ਰੱਖਣਾ? ਬੱਚਿਆਂ ਨੂੰ ਮੈਂ ਤਾਂ ਕਹਿੰਦਾ ਖਾਸ ਤੌਰ 'ਤੇ ਪੰਜਾਬੀ ਨਾਲ ਲਿੰਕ ਰੱਖਣਾ ਬਹੁਤ ਹੀ ਵਧੀਆ ਗੱਲ ਆ। ਅਸੀਂ ਘਰ ਵਿੱਚ ਸਿਰਫ ਪੰਜਾਬੀ ਬੋਲਦੇ, ਸਾਰਾ ਪਰਿਵਾਰ। ਸਾਡੇ ਬੱਚੇ ਪੰਜਾਬ ਵਾਂਗੂ ਪੰਜਾਬੀ ਬੋਲਦੇ, ਉਹਨਾਂ ਨੂੰ ਕੋਈ ਦਿੱਕਤ ਨਹੀਂ। ਹਾਲਾਂਕਿ ਬੱਚੇ ਜਿਹੜੇ ਆ, ਇਹ ਮੇਰਾ ਦੋਹਤਾ ਅਤੇ ਦੋਹਤੀ ਜਿਹੜੀ ਆ, ਉਹ ਗੋਲਡ ਮੈਡਲਸ ਵੀ ਆ ਕਲਾਸ ਵਿੱਚੋਂ। ਫਿਰ ਵੀ ਅਸੀਂ ਪੰਜਾਬੀ ਪੜ੍ਹਾਉਂਦੇ ਹਾਂ, ਪਾਠ ਕਰਾਉਂਦੇ ਹਾਂ, ਬੱਚੇ ਪਾਠ ਕਰਦੇ ਆ। ਲੈਂਗੁਏਜ ਬਹੁਤ ਜ਼ਰੂਰੀ ਹੈ ਇੰਡੀਆ ਦੀ। ਇੱਥੋਂ ਦੀ ਸਪੈਨਿਸ਼ ਲੈਂਗੁਏਜ ਆ। ਮੈਨੂੰ 1-2 ਸਾਲ ਬਹੁਤ ਮੁਸ਼ਕਿਲ ਆਈ ਸੀ, ਇੰਗਲਿਸ਼ ਨਾਲ ਗੁਜ਼ਾਰਾ ਨਹੀਂ ਸੀ ਹੁੰਦਾ, ਕਿਉਂਕਿ ਇੰਗਲਿਸ਼ ਸੈਕੰਡ ਲੈਂਗੁਏਜ ਆ। ਫਸਟ ਲੈਂਗੁਏਜ ਤੋਂ ਸਪੈਨਿਸ਼ ਆ, ਉਹ ਸਿੱਖਣੀ ਬਹੁਤ ਜ਼ਰੂਰੀ ਆ। ਉਹ ਅਸੀਂ ਸਿੱਖ ਲਈ ਆ, ਬਾਬੇ ਦੀ ਕਿਰਪਾ ਨਾਲ। ਮਾੜੀ ਮੋਟੀ ਆਉਂਦੀ, ਬਹੁਤ ਹੀ ਗ੍ਰਾਮੈਟੀਕਲੀ ਤਾਂ ਨਹੀਂ ਅਸੀਂ ਬੋਲ ਸਕਦੇ, ਪਰ ਕਿਉਂਕਿ ਗ੍ਰਾਮੈਟੀਕਲੀ ਇਹ ਲੈਂਗੁਏਜ ਜਿਹੜੀ ਆ, ਇਹ ਬਹੁਤ ਔਖੀ ਆ। ਜਿਵੇਂ ਕਿ ਸੰਸਕ੍ਰਿਤ, ਇੰਨੀ ਔਖੀ ਲੈਂਗੁਏਜ ਹੈ। ਬਾਕੀ ਬਾਬੇ ਦੀ ਕਿਰਪਾ, ਸਭ ਕੁਝ ਠੀਕ ਹੋ ਜਾਂਦਾ, ਪਤਾ ਲੱਗ ਜਾਂਦਾ। 1-2 ਸਾਲਾਂ ਦੇ ਵਿੱਚ ਸਭ ਕੁਝ ਬੰਦਾ ਸਿੱਖ ਜਾਂਦਾ। ਇੱਥੇ ਤੁਹਾਡੇ ਤੋਂ ਪਹਿਲਾਂ ਕਾਫੀ ਪੁਰਾਣੇ ਪ੍ਰਾਤਨ ਸਿੱਖ ਵੀ ਆਏ ਸੀ। 100 ਸਾਲ ਪਹਿਲਾਂ ਜਿਹੜੀ ਕਨਾਲ ਬਣੀ ਸੀ, ਉਹਦੇ ਵਿੱਚ ਹਿੱਸਾ ਪਾਇਆ ਆਪਣੇ ਪੰਜਾਬੀਆਂ ਨੇ। 100 ਸਾਲ ਦੇ ਉੱਪਰ ਹੋ ਗਿਆ। 1920 ਅਤੇ 1901-3 'ਚ ਸ਼ੁਰੂ ਹੋਏ ਆਂਤ। ਇਸ ਕਰਕੇ ਉਹ ਵੀ ਕਾਫੀ ਪੁਰਾਣੀ ਫੈਮਿਲੀ ਜਿਹੜੀਆਂ ਆਈਆਂ, ਉਹਨਾਂ 'ਚ ਕੋਈ ਫਰਕ ਹੈਗਾ? ਜਿਹੜੇ ਤੁਸੀਂ ਕਹਿ ਲਓ ਥੋੜ੍ਹੇ ਜਿਹੇ ਨਵੇਂ ਵੀ ਆਏ ਸੀ, ਤੁਹਾਨੂੰ 25-30 ਸਾਲ ਹੋਏ ਆ, ਪਰ ਜਿਹੜੇ ਬਹੁਤ ਦੇਰ ਦੇ ਆਏ, ਉਹਨਾਂ 'ਚ ਕੀ ਫਰਕ ਹੈ ਉਸ ਫੈਮਿਲੀ ਦਾ ਅਤੇ ਤੁਹਾਡੀ ਫੈਮਿਲੀ 'ਚ? ਦੇਖੋ ਜੀ, ਉਹਨਾਂ 'ਚ ਮੈਂ ਬਹੁਤਾਂ ਨੂੰ ਜਾਣਦਾ ਤਾਂ ਨਹੀਂ, ਪਰ ਫੋਟੋਆਂ ਵੇਖੀਆਂ ਨੇ। ਸਰਦਾਰ ਚਾਦਰੇ ਬੰਨੇ ਸੀ, ਲੜ ਸਕੇ, ਪੱਗ ਬੱਧੀ ਸਰਦਾਰ ਸੀਗੇ। ਉਹਨਾਂ 'ਚੋਂ ਥੋੜ੍ਹੇ ਵਾਪਸ ਗਏ ਨੇ, ਬਾਕੀਆਂ ਸਾਰਿਆਂ ਨੇ ਇੱਥੇ ਸ਼ਾਦੀशुदा ਕਰਾ ਕੇ ਇੱਥੇ ਬੱਚੇ ਪੈਦਾ ਕੀਤੇ, ਇੱਥੇ ਮਰ ਖਪ ਗਏ। ਕਿਸੇ ਬਾਰੇ ਕੁਛ ਨਹੀਂ ਪਤਾ, ਨਾ ਇੰਡੀਆ ਵਾਲਿਆਂ ਨੂੰ ਨਾ ਇਹਨਾਂ ਨੂੰ। ਜਿਹੜੇ ਉਹਨਾਂ ਦੇ ਬੱਚੇ ਆ, ਸਿਰਫ ਉਹਨਾਂ ਦਾ ਨਾਂ ਹੀ ਸਿੰਘ ਨੇ, ਹੋਰ ਉਹਨਾਂ ਨੂੰ ਕੁਛ ਨਹੀਂ ਪਤਾ, ਸਿੱਖੀ ਬਾਰੇ ਕੁਛ ਨਹੀਂ ਪਤਾ। ਬਹੁਤ ਬੰਦੇ ਮਿਲਦੇ ਇੱਦਾਂ ਦੇ, ਕਈ ਬੰਦੇ ਮਿਲਦੇ, ਜਨਾਨੀਆਂ ਮਿਲਦੀਆਂ, ਨਾਂ ਉਹਨਾਂ ਦੇ ਸਿੰਘ ਨੇ, ਉਹ ਸਿੰਘਾਂ ਦੀ ਔਲਾਦ ਨੇ, ਪਰ ਉਹਨਾਂ ਨੂੰ ਸਿੱਖੀ ਬਾਰੇ ਕੁਛ ਨਹੀਂ ਪਤਾ। ਹਰਪ੍ਰੀਤ ਸਿੰਘ, ਇਹ ਜਿਹੜੀ ਜ਼ਿਕਰ ਕੀਤੀ, ਇਹ ਤੁਹਾਡੇ ਸਹੁਰਾ ਸਾਹਿਬ ਨੇ ਜਿਹੜੇ ਪੁਰਾਤਨ ਆਏ ਸੀ,
ਉਹਨੇ ਇੱਥੇ ਸਪੈਨਿਸ਼ ਲੇਡੀਜ਼ ਨਾਲ ਵਿਆਹ ਕੀਤਾ, ਉਹਨਾਂ ਦਾ ਕੁਛ ਹੁਣ ਕਨੈਕਸ਼ਨ ਰਹੀ ਨਹੀਂ, ਪੰਜਾਬ ਨਾਲ ਨਹੀਂ ਰਹੀ, ਭਾਸ਼ਾ ਨਾਲ ਨਹੀਂ ਰਹੀ, ਧਰਮ ਨਾਲ ਨਹੀਂ ਰਹੀ। ਉਹਦੇ ਵਿੱਚ ਕੀ ਕਾਰਨ ਆ ਐਂਡ ਉਹ ਕਿਸ ਤਰ੍ਹਾਂ ਉਹਨਾਂ ਦਾ ਹੱਲ ਹੋ ਸਕਦਾ? ਮੈਂ ਸੋਚਦਾ ਬਈ ਅਸਲ 'ਚ ਮੈਂ ਬਹੁਤੇ ਲੋਕਾਂ ਨੂੰ ਨਹੀਂ ਮਿਲਿਆ ਇਹੋ ਜਿਹਿਆਂ ਨੂੰ ਜਿਹੜੇ ਜਿਨ੍ਹਾਂ ਦੇ ਮਤਲਬ ਉਹਨਾਂ ਦੇ ਜਿਹੜੇ ਸਿੰਘਾਂ ਦੇ ਅੱਗੇ ਸੀਗੇ ਬੇਟੇ ਜਾਂ ਆਫ ਸਪਰਿੰਗਸ। ਪਰ ਮੈਂ ਸੋਚਦਾ ਵੀ ਉਹਨਾਂ ਨੇ ਆਪਣਾ ਜਦੋਂ ਸਿੱਖੀ ਬਾਰੇ ਕੋਈ ਪ੍ਰਚਾਰ ਨਹੀਂ ਕੀਤਾ ਜਾਂ ਕੋਈ ਉਹਨਾਂ ਨੂੰ ਸਿਖਾਇਆ ਨਹੀਂ ਸਿੱਖੀ ਬਾਰੇ, ਜਾਂ ਆਪਣੇ ਪਿੱਛੇ ਨਾਲ ਉਹਨਾਂ ਨੇ ਟੱਚ ਨਹੀਂ ਕੀਤਾ, ਲਿੰਕ ਨਹੀਂ ਰੱਖਿਆ ਉਹਨਾਂ ਦਾ, ਇਸ ਕਰਕੇ ਉਹਨਾਂ ਦਾ ਮਤਲਬ ਜਿਹੜਾ ਉਹਨਾਂ ਦੇ ਬੱਚਿਆਂ ਨੂੰ ਪਤਾ ਨਹੀਂ ਲੱਗਾ ਕਲਚਰ ਦਾ। ਔਰ ਇਹੋ ਜਿਹੇ ਲੋਕਾਂ ਨੂੰ ਚਾਹੀਦਾ ਸਾਨੂੰ ਬਈ ਉਹਨਾਂ ਨੂੰ ਦੱਸੀਏ ਆਪਣੇ ਕਲਚਰ ਬਾਰੇ, ਤਾਂ ਕਿ ਉਹ ਸਿੱਖ ਸਕਣ ਕੁਝ ਕਿ ਸਿੱਖੀ ਕੀ ਚੀਜ਼ ਹੈ ਔਰ ਕੀ ਮਤਲਬ ਇਸ ਕਲਚਰ ਬਾਰੇ ਉਹ ਜਾਣ ਸਕਣ ਵੀ ਕਿਸ ਤਰ੍ਹਾਂ ਦਾ ਕਲਚਰ ਹੈ। ਬਹੁਤ ਵਧੀਆ ਹਰਪ੍ਰੀਤ ਸਿੰਘ ਨੇ ਕਿਹਾ ਵੀ ਸਾਨੂੰ ਕੋਈ ਉਪਰਾਲਾ ਕਰਨਾ ਚਾਹੀਦਾ, ਸਾਨੂੰ ਵੀ ਇੱਥੇ ਮਿਲੇ ਸੇ ਜਿਹੜੇ ਤੀਜੀ ਚੌਥੀ ਪਨੀਰੀ ਹੈਗੀ ਆ ਜਨਰੇਸ਼ਨ ਵੀ ਉਹਨਾਂ ਦੇ ਪੜਦਾਦੇ ਸੀ ਜਾਂ ਸਿੱਖ ਕਮਿਊਨਿਟੀ, ਪਰ ਉਹਨਾਂ ਦੇ ਘਰ ਨੌ ਰਹਿ ਗਿਆ ਸਿੰਘ, ਉਹ ਹੈਗੀ ਉਹਦਾ ਸਪੈਨਿਸ਼। ਉਹਨਾਂ ਨੂੰ ਕੋਈ ਜੇ ਕੋਈ ਸਿਖਾ ਲਿਆ ਜਾਵੇ ਸਿੱਖ ਧਰਮ ਕੀ ਆ, ਥੋੜ੍ਹੇ ਪਿਛਲਾ ਕੀ ਸੀ, ਉਹ ਸਿੱਖੀ ਨਾਲ ਜੋੜ ਸਕਦੇ। ਮੈਂ ਕਈਆਂ ਨਾਲ ਗੱਲਾਂ ਪਤਾ ਕੀਤੀਆਂ ਜੀ। ਇੱਕ ਟੀਚਰ ਇੰਗਲਿਸ਼ ਦੀ ਸਕੂਲ ਵਿੱਚ, ਉਹਦਾ ਨਾਮ ਬਿਰਤਾ ਸਿੰਘ ਆ, ਮੇਰੀ ਬਹੁਤ ਚੰਗੀ ਤਰ੍ਹਾਂ ਵਾਕਫ ਆ। ਬੜੀ ਵਾਰੀ ਗੱਲਾਂ ਬਾਤਾਂ ਕੀਤੀਆਂ ਇਹੋ ਜਿਹੀਆਂ। ਮੈਂ ਉਹਨੂੰ ਇੱਕ ਵਾਰੀ ਕਿਹਾ ਤੂੰ ਆਪਣੇ ਦਾਦੇ ਨਾਨੇ ਨਾਨੀ ਦੀ ਕੋਈ ਮੈਨੂੰ ਫੋਟੋ ਦੱਸ ਸਕਦੀ ਆ, ਨਾਂ ਦੱਸ ਸਕਦੀ ਆ? ਕਹਿੰਦੇ ਮੈਨੂੰ ਨਹੀਂ ਪਤਾ। ਉਹਨਾਂ ਨੂੰ ਇਹਨਾਂ ਨਹੀਂ ਪਤਾ ਸਾਡਾ ਨਾਨਾ ਦਾਦਾ ਬਾਬਾ ਕੌਣ ਸੀ। ਅਤੇ ਮੈਂ ਉਹ ਸਿੱਖੀ ਬਾਰੇ ਕੁਝ ਗੱਲਾਂ ਕਰਾਂ ਤਾਂ ਕਹਿੰਦੀ ਆ ਨਹੀਂ ਮੈਨੂੰ ਨਹੀਂ ਪਤਾ। ਉਹ ਨਾ ਕਰ ਦਿੰਦੀ ਕੋਈ। ਇੰਗਲਿਸ਼ ਬਹੁਤ ਸੋਹਣੀ ਬੋਲਦੀ ਕਿਉਂਕਿ ਇੰਗਲਿਸ਼ ਦੀ ਟੀਚਰ ਆ ਸਕੂਲ ਵਿੱਚ। ਇਸ ਵਾਸਤੇ ਇਹਨਾਂ ਲੋਕਾਂ ਨੂੰ ਤੁਸੀਂ ਜੋ ਮਰਜ਼ੀ ਕਰ ਲਓ, ਇਹ ਜਿੱਥੇ ਸੈੱਟ ਹੋਏ ਨੇ ਉਹਨਾਂ ਨੇ ਉੱਥੇ ਰਹਿਣਾ। ਪੀਰ ਉਦਕ ਸਿੰਘ ਇੱਥੇ ਆਏ ਸੀ, ਸਰਦਾਰ ਪ੍ਰਤਾਪ ਸਿੰਘ ਜੀ ਖਾਲਸਾ, ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਪਰ ਕੋਈ ਆਊਟਪੁੱਟ ਐਡੀ ਵਧੀਆ ਨਹੀਂ ਹੋਈ। ਜਦੋਂ ਇੱਥੇ ਆਏ ਸੀ ਗੁਰਦੁਆਰਾ ਸਾਹਿਬ ਮੈਨੂੰ ਮਿਲੇ, 3 ਦਿਨ ਇੱਥੇ ਹੋ ਰਹੇ ਸੀ ਹੋਟਲ ਵਿੱਚ, ਅਤੇ ਗੁਰਦੁਆਰੇ ਜਗ੍ਹਾ ਉਹ ਚਾਹੁੰਦੇ ਸੀ ਗੁਰਦੁਆਰੇ ਮੈਨੂੰ ਰਹਿਣ ਨੂੰ ਜਗ੍ਹਾ ਮਿਲ ਜਾਏ, ਨਹੀਂ ਮਿਲ ਸਕੀ ਕਿਸੇ ਕਾਰਨ ਕਰਕੇ। ਮੈਂ ਫਿਰ ਉਹਨਾਂ ਨੂੰ ਰਿਕੁਐਸਟ ਕੀਤੀ ਤੁਸੀਂ ਮੇਰੇ ਘਰ ਆ ਕੇ ਰਹਿ ਸਕਦੇ ਜੇ। ਉਹ 20-22 ਦਿਨ ਫਿਰ ਮੇਰੇ ਕੋਲ ਰਹੇ, ਮੇਰੇ ਘਰ ਵਿੱਚ ਹੀ। ਉੱਥੇ ਰੋਟੀ ਪਾਣੀ ਚੱਲਦਾ ਰਿਹਾ ਬੜਾ ਵਧੀਆ। ਬਾਬੇ ਦੀ ਕਿਰਪਾ ਨਾਲ ਜੋ ਅਸੀਂ 2 ਫੁਲਕੇ ਖਾਂਦੇ ਉਹ ਵੀ ਖਾ ਲੈਂਦੇ ਸੀ, ਕਿਉਂਕਿ ਮੇਰੇ ਤੋਂ ਬਗੈਰ ਮੇਰਾ ਸਾਰਾ ਪਰਿਵਾਰ ਜਿਹੜਾ ਉਹ ਵੈਸ਼ਨੋ, ਇਸ ਵਾਸਤੇ ਉਹ ਵੀ ਵੈਸ਼ਨੋ ਸੀਗੇ। ਅਤੇ ਇੱਦਾਂ ਚੱਲਦਾ ਰਿਹਾ 20 ਦਿਨ ਮੇਰੇ ਕੋਲ ਰਹੇ। ਉਹ ਫੋਨ ਉਹਨਾਂ ਦਾ ਹੋ ਜਾਂਦਾ। ਚੰਗੇ ਪ੍ਰਚਾਰਕ ਨੇ ਉਹ, ਪਰ ਉਹਨਾਂ ਦੀ ਵੀ ਕੋਈ ਇੱਥੇ ਬਹੁਤੀ ਸੁਣਵਾਈ ਨਹੀਂ ਹੋਈ, ਕਿਉਂਕਿ ਉਹਨਾਂ ਨੂੰ ਸਪੈਨਿਸ਼ ਇਸ ਤਰ੍ਹਾਂ ਦੀ ਆਉਂਦੀ ਹੈ ਜਿਸ ਤਰ੍ਹਾਂ ਦੀ ਇਹਨਾਂ ਲੋਕਾਂ ਨੂੰ ਆਉਂਦੀ ਆ। ਉਹਦੀ ਮਿਸ਼ਰ ਸਪੈਨਿਸ਼ ਆ, ਮਿਸ਼ਰ ਜਿਹੜੀ ਉਹਦੀ ਸਪੈਨਿਸ਼ ਆ। ਬੱਚੇ ਵੀ ਸਪੈਨਿਸ਼ ਨੇ, ਸਪੈਨਿਸ਼ ਪੂਰੀ ਜਾਣਦੇ ਨੇ, ਉਹ ਬੜੇ ਵਧੀਆ ਬੋਲਦੇ ਆ, ਪੰਜਾਬੀ ਵੀ ਜਾਣਦੇ, ਇੰਗਲਿਸ਼ ਵੀ ਜਾਣਦੇ ਨੇ, ਵਧੀਆ ਬੰਦੇ ਨੇ, ਵਧੀਆ ਇਨਸਾਨ ਨੇ, ਪ੍ਰਚਾਰਕ ਨੇ। ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਬਹੁਤ ਧੰਨਵਾਦ ਜੀ। ਐਂਡ ਹਰਪ੍ਰੀਤ ਸਿੰਘ, ਤੁਸੀਂ ਹੁਣ ਇੱਥੇ ਕਾਫੀ ਦੇਰ, ਤੁਹਾਨੂੰ 15-16 ਸਾਲ ਹੋ ਗਏ ਪਾਸਿਆਂ ਨੂੰ, ਤੁਸੀਂ ਕੀ ਸਮਝੇ ਤੁਹਾਡੀ ਆਈਡੈਂਟੀਟੀ ਕੀ ਹੈਗੀ? ਤੁਸੀਂ ਪੰਜਾਬੀ ਹੈਗੇ, ਪੈਨਮੇਨੀਅਨ ਜਾਂ ਇੰਡੀਅਨ ਜਾਂ ਸਿੱਖ, ਤੁਹਾਡੀ ਕੀ ਅਸਲੀ ਆਈਡੈਂਟੀਟੀ ਆ? ਮੈਂ ਤੇ ਪੰਜਾਬੀ ਆਪਣੇ ਆਪ ਨੂੰ ਸਮਝਦਾ, ਸਿੱਖ ਸਮਝਦਾ ਆਪਣੇ ਆਪ ਨੂੰ, ਔਰ ਇਹੀ ਮੇਰੀ ਆਈਡੈਂਟੀਟੀ ਹੈ। ਮੈਂ ਆਪਣੇ ਪਿੱਛੇ ਮਤਲਬ ਕਲਚਰ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹਾਂ। ਆਪਣੇ ਬੱਚਿਆਂ ਨੂੰ ਵੀ ਜੋੜਦਾ, ਉਹਨਾਂ ਨੂੰ ਸਭ ਆਪਣੀ ਹਿਸਟਰੀ ਜੋ ਹੈ ਸਭ ਕੁਛ ਦੱਸਦਾ, ਔਰ ਗੁਰਬਾਣੀ ਦਾ ਵੀ ਉਹਨਾਂ ਨੂੰ ਦੱਸਦਾ। ਮਤਲਬ ਉਹ ਸਿੱਖ ਰਹੇ ਚੰਗੇ ਮਤਲਬ ਪਾਸੇ, ਇਸ ਪਾਸੇ ਲੱਗ ਰਹੇ ਹੋ। ਔਰ ਹਰ ਦੂਜੇ ਤੀਜੇ ਸਾਲ 2 ਸਾਲ ਦੇ ਵਕਫੇ ਤੱਕ ਅਸੀਂ ਮੀਡੀਆ ਚੱਕਰ ਲਗਾਉਂਦੇ ਪੰਜਾਬ, ਉਹਨਾਂ ਨੂੰ ਵਿਖਾਉਣੇ ਸਾਰੇ। ਪਿਛਲੀ ਵਾਰ 2017 'ਚ ਗਿਆ ਸੀਗਾ, ਅਤੇ ਮੈਂ ਸਾਰੇ ਉਹਨਾਂ ਨੂੰ ਗੁਰਦੁਆਰੇ ਵਿਖਾਏ। ਉਹਨਾਂ ਨੂੰ ਸਰਹਿੰਦ ਗੁਰਦੁਆਰਾ ਜਿਹੜਾ ਫਤਿਹਗੜ੍ਹ ਸਾਹਿਬ ਹੈ ਉੱਥੇ ਵੀ ਲੈ ਕੇ ਗਿਆ, ਉਹਨਾਂ ਨੂੰ ਵਿਖਾਇਆ ਆਪਣੀ ਹਿਸਟਰੀ, ਜਿਹੜੇ ਛੋਟੇ ਸਾਹਿਬਜ਼ਾਦਿਆਂ ਦੀ। ਅਨੰਦਪੁਰ ਸਾਹਿਬ ਲੈ ਕੇ ਗਿਆ ਉਹਨਾਂ ਨੂੰ, ਸਾਰੇ ਮਤਲਬ ਬਹੁਤ ਗੁਰਦੁਆਰੇ ਉਹਨਾਂ ਨੂੰ ਵਿਖਾਏ ਉੱਥੇ। ਔਰ ਉਹ ਉਤਸ਼ਾਹਿਤ ਨੇ ਇਸ ਪਾਸੇ, ਆਪਣੇ ਕਲਚਰ ਤੋਂ ਬਹੁਤ ਉਤਸ਼ਾਹਿਤ ਨੇ। ਬਹੁਤ ਅੱਛੀ ਗੱਲ ਹੈਗੀ, ਤੁਸੀਂ ਆਪਣੇ ਬੱਚੇ ਨੂੰ ਜੋੜਦੇ, ਜਿਹੜੇ ਤੁਹਾਡੇ ਮਾਂ ਪਿਓ ਨੇ ਤੁਹਾਨੂੰ ਸਿੱਖਿਆ ਦਿੱਤੀ ਤੁਸੀਂ ਗਾਹਾਂ ਦਿੰਦੇ ਆਪਣੇ ਬੱਚਿਆਂ ਨੂੰ ਸਿੱਖਿਆ, ਇਹ ਬਹੁਤ ਜ਼ਰੂਰੀ ਹੈਗੀ ਆ। ਚੈਨ ਸਿੰਘ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਮਾਂ ਪਿਓ ਦੀ ਕਿੰਨੀ ਜ਼ਿੰਮੇਵਾਰੀ ਹੁੰਦੀ? ਵੇਖੋ ਜੀ, ਜੋ ਅਸੀਂ ਇੱਥੇ ਹੈਗੇ ਹਾਂ ਤੇ ਬਦੌਲਤ ਮਾਤਾ ਪਿਤਾ ਜੀ ਦੀ ਆ। ਅਗਰ ਉਹ ਸਾਨੂੰ ਨਿੱਕੇ ਹੁੰਦੇ ਹੁਣ ਡੰਗਰ ਚਾਰਨ ਲਾ ਦਿੰਦੇ, ਖੇਤੀ ਲਾ ਦਿੰਦੇ, ਦਿਹਾੜੀ ਕਰਾਉਂਦੇ, ਤਾਂ ਅਸੀਂ ਉੱਥੇ ਫਿੱਟ ਹੋ ਜਾਣਾ ਸੀ। ਉਹਨਾਂ ਨੇ ਪੜ੍ਹਾਇਆ ਅਤੇ ਉਹਨਾਂ ਦੇ ਬਦੌਲਤ ਜਿਹੜੀ ਅਸੀਂ ਇੱਥੇ ਪਹੁੰਚ ਗਏ, ਅਤੇ ਉਹਨਾਂ ਦੀ ਸਭ ਕਿਰਪਾ।
ਬਾਕੀ ਕਿਰਪਾ ਮਹਾਰਾਜ ਦੀ ਹੁੰਦੀ ਆ, ਕਿਸੇ ਦੇ ਰਾਹੀਂ ਉਹਨੇ ਕਰਾਉਣੀ ਹੁੰਦੀ ਆ ਉਹਦੀ ਕਿਰਪਾ। ਚੈਨ ਸਿੰਘ, ਇਹ ਕਾਫੀ ਵਿਚਾਰ ਚੱਲਦਾ ਇਸ ਵੇਲੇ, ਇੰਗਲੈਂਡ ਵੀ ਚੱਲਦਾ ਆ ਵੀ ਹੋਰ ਕਮਿਊਨਿਟੀ ਨਾਲ ਜੇ ਤੁਸੀਂ ਵਿਆਹ ਕਰਨਾ, ਆਪਣੀ ਕਮਿਊਨਿਟੀ ਛੱਡ ਕੇ ਇੰਟਰਫੇਥ ਮੈਰਿਜ ਜਾਂ ਮਿਕਸ ਮੈਰਿਜ ਕਹਿ ਲਓ, ਉਹ 'ਚ ਕੋਈ ਕਮਿਊਨਿਟੀ ਦਾ ਨੁਕਸਾਨ ਵੀ ਹੋ ਸਕਦਾ। ਅਸੀਂ ਇੱਥੇ ਦੇਖੇ ਜਿਹੜੀ ਤੀਜੀ ਚੌਥੀ ਜਨਰੇਸ਼ਨ ਆ ਉਹਨਾਂ ਦੀ ਕੋਈ ਕਨੈਕਸ਼ਨ ਨਹੀਂ ਰਹਿੰਦੀ। ਇਸ ਕਰਕੇ ਤੁਹਾਡਾ ਕੀ ਖਿਆਲ ਆ ਜਿੱਥੇ ਕੋਸ਼ਿਸ਼ ਹੋ ਸਕਦੀ ਆਪਣੀ ਪੰਜਾਬੀ ਸਿੱਖ ਭਾਈਚਾਰੇ ਨਾਲ ਵਿਆਹ ਕਰਨਾ ਚਾਹੀਦਾ, ਜਾਂ ਜੇ ਬਾਹਰ ਵਿਆਹ ਕਰਨਾ ਉਹਨਾਂ ਨੂੰ ਨਾਲ ਜੋੜਨਾ ਚਾਹੀਦਾ ਧਰਮ ਦੇ ਨਾਲ? ਹਾਂਜੀ, ਮੇਰਾ ਵਿਚਾਰ ਇਹ ਆ ਜੀ, ਜੋ ਮੈਂ ਪਨਾਮੇ ਜਾ ਕੇ ਵੇਖਿਆ, ਬਹੁਤ ਸਾਰੀਆਂ ਇੱਥੇ ਫੈਮਿਲੀਜ਼ ਨੇ ਜਿਨ੍ਹਾਂ ਦੀ ਦੂਜੀ ਪੀੜ੍ਹੀ ਸਪੈਨਿਸ਼ ਬਣ ਗਈ ਆ। ਉਹਨਾਂ ਨੂੰ ਇੰਡੀਆ ਨਾਲ ਕੋਈ ਪਿਆਰ ਨਹੀਂ। ਦੂਸਰੀ ਪੀੜ੍ਹੀ ਬਲਕਿ ਉਹ ਅਜੇ ਜਿਉਂਦੇ ਨੇ, ਇੱਥੇ ਆਏ ਨੇ ਸਾਡੇ ਵਾਂਗੂ ਜਿੱਦਾਂ ਮੈਂ ਆਇਆ, ਲੇਕਿਨ ਉਹਨਾਂ ਦੇ ਬੱਚਿਆਂ ਨੇ ਇੱਥੇ ਵਿਆਹ ਕੀਤੇ, ਇੱਥੇ ਸਾਰਾ ਕੁਛ ਕੀਤਾ। ਕਈ ਪਰਿਵਾਰ ਨੇ ਇੱਦਾਂ ਦੇ, ਉਹਨਾਂ ਨੂੰ ਇੰਡੀਆ ਬਾਰੇ ਕੁਛ ਨਹੀਂ ਪਤਾ, ਨਾ ਉਹ ਇੰਡੀਆ ਨੂੰ ਲਾਈਕ ਕਰਦੇ ਨੇ। ਕਿਉਂਕਿ ਉਹਨਾਂ ਨੇ ਛੋਟੇ ਹੁੰਦਿਆਂ ਨੂੰ ਇੰਡੀਆ ਲੈ ਕੇ ਗਏ ਨਹੀਂ, ਇੰਡੀਆ ਬਾਰੇ ਕੁਛ ਦੱਸਿਆ ਹੀ ਨਹੀਂ, ਆਪਣੇ ਕਲਚਰ ਨਾਲ ਜੋੜਿਆ ਹੀ ਨਹੀਂ। ਇਸ ਵਾਸਤੇ ਅੱਜ ਉਹ ਉਹਨਾਂ ਕੋਲ ਖਿਸ ਗਏ ਨੇ। ਉਹਨਾਂ ਅਤੇ ਉਹ ਸਿੱਖੀ ਨਾਲ ਹੁਣ ਜੁੜਨਾ ਔਖਾ ਹੀ ਆ, ਕਿਉਂਕਿ ਉਹ ਜਦੋਂ ਗੁਰਦੁਆਰਾ ਸਾਹਿਬ ਆਉਂਦੇ ਆ ਨਾ, ਉਦੋਂ ਹੀ ਬਸ ਆਉਂਦੇ ਆ, ਅੱਗੋਂ ਪਿੱਛੋਂ ਕੋਈ ਪਤਾ ਨਹੀਂ। ਮੈਨੂੰ ਚੇਤਾ ਜਦੋਂ ਮੈਂ ਤਕਰੀਬਨ 1994-95 ਵਿੱਚ ਜਦੋਂ ਮੈਂ ਘਰਾਂ ਵਿੱਚ ਸੰਗਰਾਂਦ ਮਨਾਉਂਦਾ ਹੁੰਦਾ ਸੀ, ਪਾਠ ਕਰਦਾ ਹੁੰਦਾ ਸੀ, ਅਤੇ ਉਦੋਂ ਨਾਲ ਬੱਚਿਆਂ ਨੇ ਮੈਨੂੰ ਕਹਿਣਾ, ਸਪੈਨਿਸ਼ ਤੀਓ ਕਹਿੰਦੀ ਆ, ਅੰਗਰੇਜ਼ੀ ਵਿੱਚ ਅੰਕਲ ਕਹਿ ਲਓ। ਉਹਨਾਂ ਮੈਨੂੰ ਕਿਹਾ, ਅੰਕਲ ਤੂੰ ਪਾਠ ਕਰਦਾ ਅਸੀਂ ਸੁਣਦੇ ਹਾਂ, ਤੂੰ ਉੱਠ ਕੇ ਖਲੋ ਜਾਂਦਾ, ਭਾਵ ਅਰਦਾਸ ਕਰਨੀ ਅਸੀਂ ਵੀ ਕਰ ਲੈਂਦੇ ਹਾਂ, ਤੁਸੀਂ ਰੋਟੀ ਖਾਂਦੇ ਅਸੀਂ ਵੀ ਖਾ ਲੈਂਦੇ ਹਾਂ, ਪਰ ਸਾਨੂੰ ਪਤਾ ਨਹੀਂ ਤੂੰ ਕੀ ਬੋਲਣਾ, ਸਾਨੂੰ ਨਹੀਂ ਪਤਾ ਲੱਗਦਾ, ਸਾਨੂੰ ਸਮਝ ਨਹੀਂ ਤੂੰ ਕੀ ਕਹਿੰਦਾ। ਅਸੀਂ ਜਦੋਂ ਚਰਚ ਵਿੱਚ ਜਾਂਦੇ ਹਾਂ ਉੱਥੇ ਸਾਨੂੰ ਸਮਝ ਆਉਂਦੀ ਆ ਇਹਦਾ ਮਤਲਬ ਕੀ ਆ। ਮਾਂ ਪਿਓ ਨੇ ਪੰਜਾਬੀ ਸਿਖਾ ਲਈ ਨਹੀਂ, ਦੱਸਿਆ ਕੁਛ ਨਹੀਂ, ਕੋਈ CD ਕੋਈ ਕੈਸਟ ਘਰ ਲਾ ਕੇ ਪਾਠ ਲਾਇਆ ਹੀ ਨਹੀਂ ਜਦੋਂ, ਅਤੇ ਉਹਨਾਂ ਦੇ ਪੱਲੇ ਕੀ ਪੈਣਾ ਸੀ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਸਾਡੀ ਸਮਝ ਨਹੀਂ ਤੂੰ ਕੀ ਕਹਿੰਦਾ, ਅਸੀਂ ਹੱਥ ਜੋੜ ਕੇ ਬੈਠੇ ਰਹਿੰਦੇ ਹਾਂ, ਤੂੰ ਹੀ ਬੈਠਾ, ਅਸੀਂ ਬੈਠੇ ਨੇ, ਸਾਨੂੰ ਹੋਰ ਕੁਛ ਨਹੀਂ ਪਤਾ। ਉਹਨੇ ਕਲੀਅਰਲੀ ਮੈਨੂੰ ਕਿਹਾ, ਕਿਉਂਕਿ ਬੱਚੇ ਝੂਠ ਨਹੀਂ ਬੋਲਦੇ। ਚੈਨ ਸਿੰਘ ਨੇ ਬਹੁਤ ਵਧੀਆ ਤੌਰ 'ਤੇ ਸਾਨੂੰ ਐਗਜ਼ਾਮਪਲ ਦਿੱਤਾ ਵੀ ਭਾਸ਼ਾ ਨਾਲ ਜੁੜਨਾ ਜ਼ਰੂਰੀ, ਤਾਂ ਪੰਜਾਬ ਨੂੰ ਵਾਪਸ ਬੱਚੇ ਨੂੰ ਲੈ ਕੇ ਜਾਣਾ ਬਹੁਤ ਜ਼ਰੂਰੀ ਆ, ਉਹਦੀ ਕਨੈਕਸ਼ਨ ਰਹੇ। ਹਰਪ੍ਰੀਤ ਸਿੰਘ, ਤੁਸੀਂ ਇਹ ਆਪਣਾ ਉਪਰਾਲਾ ਕਰੋਗੇ, ਆਪਣੇ ਬੱਚੇ ਨੂੰ ਜ਼ਰੂਰ ਪੰਜਾਬ ਲੈ ਕੇ ਜਾਓਗੇ, ਇਹਦਾ 2 ਸਾਲ ਬਾਅਦ ਉਹਨੂੰ ਪਿੱਛੇ ਦਾ ਪਤਾ ਲੱਗੇ, ਆਪਣੇ ਧਰਮ ਦਾ ਸੱਭਿਆਚਾਰ ਨਾਲ ਜੁੜਨ? ਹਾਂਜੀ ਬਿਲਕੁਲ ਜੀ, ਮੈਂ ਤੇ ਇਹੀ ਮੇਰਾ ਉਪਰਾਲਾ ਹੈ। ਮੈਂ ਹਰ ਸਾਲ 2 ਸਾਲ ਬਾਅਦ ਇੰਡੀਆ ਲੈ ਜਾਂਦਾ ਆਪਣੇ ਬੱਚਿਆਂ ਨੂੰ, ਔਰ ਉਹ ਵੀ ਬੜੀ ਚੰਗੀ ਤਰ੍ਹਾਂ ਜੁੜੇ ਹੋਏ ਆ। ਜਦੋਂ ਐਰਕਾਂ ਸਾਲ ਮੈਂ ਨਹੀਂ ਜਾ ਸਕਿਆ ਤਾਂ ਬਹੁਤ ਮੈਨੂੰ ਖਿੱਚ ਕਰ ਰਹੇ ਸੀ ਕਿ ਅਸੀਂ ਉਹ ਜਾਣਾ ਚਾਹੁੰਦੇ ਆ। ਸੋ ਇਸ ਕਰਕੇ ਮੈਂ ਤਾਂ ਉਪਰਾਲਾ ਕਰ ਰਿਹਾ ਕਿ ਹੋਰ ਆਪਣੇ ਕਲਚਰ ਬਾਰੇ ਪਿਕਚਰਾਂ ਜਿਹੜੀਆਂ ਜਿੱਦਾਂ ਛੋਟੇ ਸਾਹਿਬਜ਼ਾਦੇ ਸੀਗੇ, 4 ਸਾਹਿਬਜ਼ਾਦੇ ਪਿਕਚਰ ਸੀ, ਉਹਨਾਂ ਨੂੰ ਵਿਖਾਈ, ਬਹੁਤ ਇਮੋਸ਼ਨਲ ਹੋਏ ਪਿਕਚਰ ਦੇਖ ਕੇ। ਅਤੇ ਫਿਰ ਉਹ ਮੈਨੂੰ ਬਾਰ-ਬਾਰ ਮਤਲਬ ਉਹਨਾਂ ਨੇ ਕੰਪੈਲ ਕੀਤਾ ਵੀ ਸਾਨੂੰ ਉਸ ਜਗ੍ਹਾ 'ਤੇ ਲੈ ਕੇ ਜਾ ਜਿੱਥੇ ਇਹ ਸਾਰਾ ਵਾਕਿਆ ਹੋਇਆ ਛੋਟੇ ਸਾਹਿਬਜ਼ਾਦਿਆਂ ਦਾ। ਫਿਰ ਜਦੋਂ ਮੈਂ 2017 'ਚ ਇੰਡੀਆ ਗਿਆ, ਮੈਂ ਉਹਨਾਂ ਨੂੰ ਗੁਰਦੁਆਰਾ ਸਰਹੰਦ ਸਾਹਿਬ ਜਿਹੜਾ ਹੈਗਾ ਉੱਥੇ ਲੈ ਕੇ ਗਿਆ, ਉਹਨਾਂ ਨੂੰ ਵਿਖਾਇਆ ਸਾਰਾ ਵੀ ਆਹ ਉਹ ਦੀਵਾਰ ਹੈ। ਉਹ ਹੋਰ ਬਹੁਤ ਸਾਰੇ ਗੁਰਦੁਆਰੇ ਉਹਨਾਂ ਨੂੰ ਘੁਮਾਏ, ਬਹੁਤ ਮਤਲਬ ਉਹ ਆਪਣੇ ਬਹੁਤ ਫਰਕ ਪਿਆ ਉਹਨਾਂ ਦਾ ਇਸ ਚੀਜ਼ ਨਾਲ, ਬਹੁਤ ਟੱਚ ਉਹਨਾਂ ਦਾ ਜਿਹੜਾ ਹੋਰ ਵੱਧ ਗਿਆ, ਮਤਲਬ ਲਿੰਕ ਹੋਰ ਵੱਧ ਗਿਆ ਉਹਨਾਂ ਦਾ। ਸੋ ਇਹ ਸਾਨੂੰ ਸਾਰਿਆਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਜਿਹੜਾ ਆਪਣੇ ਪਿੱਛੇ ਜਿਹੜਾ ਪੰਜਾਬ ਉਹਦੇ ਨਾਲ ਅਸੀਂ ਉਹਨਾਂ ਦਾ ਸੰਬੰਧ ਰੱਖੀਏ, ਉਹਨਾਂ ਲੈ ਕੇ ਜਾਈਏ, ਔਰ ਉਹਨਾਂ ਨੂੰ ਪੰਜਾਬੀ, ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਗੁਰਮੁਖੀ ਪੰਜਾਬੀ ਸਿਖਾਈਏ। ਇਹ ਬਹੁਤ ਵੱਡੀ ਚੀਜ਼ ਹੈ, ਤਾਂ ਕਿ ਉਹ ਗੁਰਬਾਣੀ ਨਾਲ ਜੁੜ ਸਕਣ, ਔਰ ਤਾਂ ਹੀ ਉਸ ਆਪਣੇ ਵਿਰਸੇ ਦੇ ਨਾਲ, ਆਪਣੇ ਪੰਜਾਬ ਦੇ ਨਾਲ ਜੁੜ ਸਕਦੇ। ਦੇਖ ਲਓ, ਤੁਸੀਂ ਕਾਫੀ ਉਪਰਾਲਾ ਕਰਦੇ, ਮਿਹਨਤ ਕਰਦੇ, ਪੰਜਾਬ ਜਾਂਦਾ, ਪਰ ਸਫ਼ਰ ਤੁਹਾਡਾ ਇੰਗਲੈਂਡ ਨਾਲੋਂ ਡਬਲ ਸਫ਼ਰ ਆ। ਸਫ਼ਰ ਬਾਰੇ ਥੋੜ੍ਹਾ ਜਿਹਾ ਦੱਸੋ। ਹਾਂਜੀ, ਇਹ ਮਤਲਬ ਸਫ਼ਰ ਡਬਲ ਪੈ ਜਾਂਦਾ ਸਾਨੂੰ। ਇੱਥੋਂ ਜੇਕਰ ਤੇ ਅਸੀਂ ਜਾਈਏ USA, ਅਤੇ USA ਤੋਂ ਸਾਨੂੰ ਇੱਥੋਂ USA ਤੱਕ ਦਾ ਸਫ਼ਰ ਕੋਈ 5 ਘੰਟੇ ਦਾ ਸਫ਼ਰ ਹੈ। ਬਾਅਦ ਵਿੱਚ USA ਤੋਂ ਕੋਈ ਡਾਇਰੈਕਟ ਫਲਾਈਟਾਂ ਹੈਗੀਆਂ ਦਿੱਲੀ ਦੀਆਂ, ਉਹ ਕੋਈ 15-16 ਘੰਟੇ ਦੀ ਫਲਾਈਟ ਹੈ ਜੀ, ਬਹੁਤ ਲੰਬਾ। ਪਰ ਚਲੋ ਮੁਸ਼ਕਲ ਪੇਸ਼ ਆਉਂਦੀ ਹੈ, ਪਰ ਜਾਣਾ ਜ਼ਰੂਰੀ ਹੈ, ਕਿਉਂਕਿ ਇਹੀ ਤਰੀਕਾ ਉਹਨਾਂ ਨੂੰ ਟੱਚ ਰੱਖਣ ਦਾ ਆਪਣੇ ਕਲਚਰ ਦੇ ਨਾਲ। ਇਹ ਉਪਰਾਲਾ ਸਾਰਿਆਂ ਨੂੰ ਕਰਨਾ ਚਾਹੀਦਾ ਜੀ। ਦੇਖ ਲਓ, ਇੰਨਾ ਸਫ਼ਰ ਕਰਕੇ ਫਿਰ ਵੀ ਤੁਸੀਂ ਬੱਚੇ ਨੂੰ ਲੈ ਕੇ ਜਾਂਦੇ। ਚੈਨ ਸਿੰਘ ਜੀ, ਜਿਹੜੇ ਇੱਥੇ ਲੋਕਲ ਪੈਨਾਮੇਨੀਅਨ ਸਪੈਨਿਸ਼ ਲੋਕ, ਉਹ ਸਿੱਖ ਨੂੰ ਕਿਸ ਤਰ੍ਹਾਂ ਸਮਝਦੇ, ਉਹਨਾਂ ਦੇ ਕੀ ਖਿਆਲ ਹੈਗੇ ਸਿੱਖੀ ਬਾਰੇ,
ਸਿੱਖੀ ਪ੍ਰਚਾਰ ਬਾਰੇ ਉਹਨਾਂ ਨੂੰ ਸਿੱਖ ਧਰਮ ਦੀ ਕੀ ਨੌਲੇਜ ਹੈਗੀ? ਮੇਰੇ ਖਿਆਲ ਵਿੱਚ ਜੀ ਉਹਨਾਂ ਨੂੰ ਸਿੱਖ ਧਰਮ ਬਾਰੇ ਕੋਈ ਨੌਲੇਜ ਨਹੀਂ ਹੈ। ਬਹੁਤ ਥੋੜ੍ਹੀ ਹੋਏਗੀ, 1-2% ਬੰਦਿਆਂ ਨੂੰ, ਜ਼ਿਆਦਾ ਨੂੰ ਨਹੀਂ। ਇੱਥੇ ਇੱਕ ਸਿੱਖ ਐਂਬੈਸਡਰ ਵੀ ਆਇਆ ਸੀ, ਬਹੁਤੀ ਕੋਸ਼ਿਸ਼ ਉਸਨੇ ਵੀ ਨਹੀਂ ਕੀਤੀ ਕਿ ਮੈਂ ਪ੍ਰਚਾਰ ਕਰਾਂ। ਬਾਕੀ ਸਿੱਖੀ ਬਾਰੇ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਉਹ ਨਫ਼ਰਤ ਕਰਦੇ ਆ। ਸਾਨੂੰ ਕਿਸੇ ਨੇ ਕਦੀ ਮਾੜਾ ਨਹੀਂ ਕਿਹਾ, ਬਹੁਤ ਵਧੀਆ ਤਰੀਕੇ ਨਾਲ ਬੋਲਦੇ ਆ। ਬੋਲ ਬਾਣੀ ਇਹਨਾਂ ਦੀ ਬਹੁਤ ਅੱਛੀ ਆ, ਸਰ ਤੋਂ ਬਗੈਰ ਕਿਸੇ ਨੂੰ ਬੋਲਦੇ ਨਹੀਂ। ਤੁਹਾਡੇ ਵੀ ਇੰਗਲੈਂਡ 'ਚ ਮੇਰਾ ਖਿਆਲ ਇਸ ਤਰ੍ਹਾਂ ਹੀ ਆ। ਸਾਡੇ ਵਾਂਗੂ ਨਹੀਂ, ਰਫ ਬੋਲੀ ਨਹੀਂ ਬੋਲਦੇ, ਬੋਲੀ ਬਹੁਤ ਵਧੀਆ ਬੋਲਦੇ। ਭਾਵੇਂ ਤੁਹਾਡੇ ਨਾਲ ਉਹ ਟਰੀਟਮੈਂਟ ਚੰਗਾ ਕਰਨਾ ਹੋਵੇ ਜਾਂ ਮਾੜਾ, ਤੁਹਾਡੇ ਨਾਲ ਬੋਲਣਗੇ ਮਾੜਾ ਨਹੀਂ। ਇਹ ਵਾਸਤੇ ਲੋਕ ਆਉਣ ਦੀ ਹੌਲੇ ਲੋਕ ਚੰਗੇ ਨੇ, ਪਰ ਸਿੱਖੀ ਬਾਰੇ ਕੋਈ ਬਹੁਤਾ ਇਹਨਾਂ ਨੂੰ ਪ੍ਰਚਾਰ ਦਾ ਨਹੀਂ ਪਤਾ। ਸਿੱਖੀ ਆਪਣੇ ਤੱਕ ਹੀ ਸੀਮਤ ਆ, ਪੰਜਾਬੀਆਂ ਤੱਕ ਹੀ, ਇਸ ਤੋਂ ਜ਼ਿਆਦਾ ਨਹੀਂ। ਬਾਕੀ ਹਿੰਦੂ ਵੀਰ ਨੇ ਬਹੁਤ ਜ਼ਿਆਦਾ ਕੁਆਂਟਿਟੀ ਆ। ਸਿੱਖ ਦੇ ਮਸਾਂ 50 ਘਰ ਹੀ ਨੇ, ਉਹਨਾਂ ਦਾ 500-600 ਘਰ ਹੋਊਗਾ। ਉਹ ਗੁਜਰਾਤ ਤੋਂ ਨੇ ਸਾਰੇ, ਉਹਦਾ ਵੀ ਇੱਕ ਮੰਦਿਰ ਹੈਗਾ। ਉਸ ਤੋਂ ਜ਼ਿਆਦਾ ਆਬਾਦੀ ਜਿਹੜੀ ਆ 1000-1200 ਘਰ ਆ ਗੁਜਰਾਤੀ ਮੁਸਲਮਾਨਾਂ ਦਾ। ਉਹਨਾਂ ਵੀਰਾਂ ਦੇ ਵੀ 3 ਮਸਜਿਦ ਨੇ, ਉਹਦੀ ਆਬਾਦੀ ਬਹੁਤ ਜ਼ਿਆਦਾ। ਉਹ ਆਪੋ ਆਪਣੀ ਥਾਂ ਸਾਰੇ ਸੈੱਟ ਨੇ। ਇੱਥੇ ਪਨਾਮਿਆਂ ਲੋਕਾਂ ਦੇ ਨਾਲ ਕੋਈ ਝਗੜਾ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ। ਲੋਕ ਚੰਗੇ ਨੇ, ਆਪਣਾ ਕੰਮ ਕਰਦੇ ਨੇ, ਅਸੀਂ ਵੀ ਕਰਦੇ ਹਾਂ। ਸਾਡੀ ਰੋਜੀ ਰੋਟੀ ਵੀ ਇੱਥੇ ਹੀ ਆ। ਜੋ ਪਰਮਾਤਮਾ ਨੇ ਲਿਖੀ ਆ ਉਹਦੇ ਅਨੁਸਾਰ ਅਸੀਂ ਵੀ ਉਹਨਾਂ ਦੇ ਨਾਲ ਕੋਆਪਰੇਟ ਕਰਦੇ ਹਾਂ। ਬਾਕੀ ਡੀਲਿੰਗ ਅੱਛੀ ਆ ਇਹਨਾਂ ਦੀ, ਸਾਨੂੰ ਕੋਈ ਦਿੱਕਤ ਨਹੀਂ ਆਉਂਦੀ। ਬਹੁਤ ਬਹੁਤ ਧੰਨਵਾਦ ਜੀ। ਜਿੱਥੇ ਪ੍ਰਚਾਰ ਦੀ ਲੋੜ ਹੈਗੀ, ਸਿੱਖ ਚੈਨਲ ਹਾਜ਼ਰ ਹੈਗਾ। ਸਿੱਖ ਚੈਨਲ ਤੁਹਾਡੀ ਸਾਥ ਦਿਓਗੇ। ਜਿਸ ਤਰ੍ਹਾਂ ਵੀ ਤੁਹਾਨੂੰ ਲੋੜ ਪੈਂਦੀ, ਕੋਈ ਪ੍ਰੋਜੈਕਟ ਤੁਸੀਂ ਰੱਖਣੀ, ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਪ੍ਰਚਾਰ ਵਧਾਉਣ ਲਈ। ਆਪਣੀ ਕਮਿਊਨਿਟੀ ਵਿੱਚ ਪ੍ਰਚਾਰ ਦੀ ਲੋੜ ਆ ਤਾਂ ਬਾਹਰ ਜਿਹੜੇ ਗੈਰ ਸਿੱਖ ਨੌਨ ਸਿੱਖ ਕਮਿਊਨਿਟੀ, ਉਹਨਾਂ ਦੀ ਪ੍ਰਚਾਰ ਕਰਨ ਦੀ ਬਹੁਤ ਲੋੜ ਹੈਗੀ ਆ। ਇਹ ਕੋਈ ਉਪਰਾਲੇ ਹੋ ਸਕਦੇ ਜਿਸ ਪਰ ਉਹਨਾਂ ਨੂੰ ਅਸੀਂ ਸਿਖਾ ਲਈਏ। ਫੋਰ ਐਗਜ਼ਾਮਪਲ, ਜਿੱਦਾਂ ਇੰਗਲੈਂਡ ਦੇ ਵਿੱਚ ਉੱਥੇ ਸਕੂਲ ਦੇ ਬੱਚੇ ਗੁਰਦੁਆਰਾ ਸਾਹਿਬ ਆਉਂਦੇ ਹੁੰਦੇ, ਸਕੂਲ ਤੋਂ ਗੁਰਦੁਆਰਾ ਸਾਹਿਬ ਨੂੰ ਆ ਕੇ ਵਿਜ਼ਿਟ ਕਰਦੇ ਹੋ, ਅਤੇ ਫਿਰ ਦੱਸਿਆ ਜਾਂਦਾ ਵੀ ਗੁਰਦੁਆਰਾ ਸਾਹਿਬ ਕੀ ਆ, ਗੁਰੂ ਗ੍ਰੰਥ ਸਾਹਿਬ ਦੇ ਕੀ ਅਸੀਂ ਉੱਥੇ ਮੰਨਦੇ ਹੈਗੇ ਆ। ਉੱਥੇ ਸਾਰਾ ਉਹਨੂੰ ਦੱਸਦੇ। ਦੇਖੋ ਜੀ, ਜਦੋਂ ਪੰਜਾਬੀ ਐਂਬੈਸਡਰ ਆਇਆ ਸੀ, ਮੈਂ ਉਹਦੇ ਨਾਲ ਗੱਲ ਕੀਤੀ ਸੀ। ਸਰਦਾਰ ਸੀ, ਸਰਦਾਰ ਤਾਰਾ ਸਿੰਘ। ਉਹਦੀ ਵੀ ਖਾਸ ਸੀ ਕਿ ਇੱਥੇ ਸਕੂਲ ਖੋਲ੍ਹਿਆ ਜਾਵੇ ਇੱਕ ਇੰਡੀਆ ਦਾ, ਅਤੇ ਉੱਥੇ ਪੰਜਾਬੀ ਪੜ੍ਹਾਈ ਜਾਵੇ। ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਪੰਜਾਬੀ ਦੀਆਂ ਕਲਾਸਾਂ ਫ੍ਰੀ ਲਾਊਂਗਾ, ਮੇਰੀ ਲੜਕੀ ਵੀ ਫ੍ਰੀ ਪੜ੍ਹਾਊਗੀ, ਕੋਈ ਤਨਖਾਹ ਨਹੀਂ ਲਵਾਂਗੇ, ਕੋਈ ਖਰਚ ਨਹੀਂ, ਤੁਸੀਂ ਸਕੂਲ ਚਾਲੂ ਕਰੋ। ਪਰ ਉਹ ਸਕੂਲ ਚਾਲੂ ਨਹੀਂ ਕਰ ਸਕੇ। ਇਸ ਵਾਸਤੇ ਕਈ ਵਾਰੀ ਗੁਰਦੁਆਰਾ ਸਾਹਿਬ ਵੀ ਬਹਿਸ ਹੁੰਦੀ ਆ। ਖਾਸ ਤੌਰ 'ਤੇ ਬੀਬੀਆਂ ਕਹਿੰਦੀਆਂ ਕਿ ਇੱਥੇ ਕਲਾਸਾਂ ਲਾਈਏ, ਭਾਈ ਜੀ ਕਲਾਸਾਂ ਨਾਲ ਬੱਚੇ ਨੂੰ ਪੰਜਾਬੀ ਸਿਖਾਉਣ, ਪਰ ਕੋਈ ਉਜਰ ਨਹੀਂ, ਕੋਈ ਉਦਮ ਨਹੀਂ। ਘਰਾਂ ਵਿੱਚ ਹੀ ਲੋਕ ਸਿਖਾਉਂਦੇ ਆ, ਇਸ ਤੋਂ ਘਰ ਤੋਂ ਬਾਹਰ ਨਹੀਂ। ਬਹੁਤ ਬਹੁਤ ਧੰਨਵਾਦ ਜੀ। ਇਸ ਕਰਕੇ ਇੱਥੇ ਪੰਜਾਬੀ ਕਲਾਸਾਂ ਦੀ ਬਹੁਤ ਲੋੜ ਹੈਗੀ, ਤਾਂ ਅਸੀਂ ਤੁਹਾਡੇ ਜ਼ਰੂਰ ਸਾਥ ਦੇਵਾਂਗੇ ਕਲਾਸ ਲਾਉਣ ਲਈ। ਗੁਰਦੁਆਰਾ ਸਾਹਿਬ ਹੈਗਾ, ਗੁਰਦੁਆਰੇ ਕੋਈ ਕਲਾਸਾਂ ਲੱਗਦੀਆਂ ਇਸ ਵੇਲੇ? ਗੁਰਦੁਆਰਾ ਐਤਵਾਰ ਖੁੱਲ੍ਹਦਾ ਹਫ਼ਤੇ ਬਾਅਦ? ਨਹੀਂ, ਗੁਰਦੁਆਰੇ ਦੇ ਵਿੱਚ ਕੋਈ ਕਲਾਸਾਂ ਇੱਦਾਂ ਦਾ ਕੋਈ ਸਿਸਟਮ ਨਹੀਂ ਹੈਗਾ। ਆਮ ਨੋਰਮਲ ਗੁਰਦੁਆਰੇ ਜਾਈਦਾ, ਬਾਕੀ ਭਾਈ ਸਾਹਿਬ ਪਾਠ ਕਰਦੇ ਆ, ਪਰ ਕਲਾਸਾਂ ਵਾਲਾ ਜਿਹੜਾ ਕੋਈ ਨਹੀਂ, ਕੋਈ ਇੱਦਾਂ ਦਾ ਕੋਈ ਨਹੀਂ ਹੈਗਾ ਬੰਦੋਬਸਤ। ਠੀਕ ਹੈ ਜੀ। ਇਸ ਕਰਕੇ ਗੁਰਦੁਆਰਾ ਸਾਹਿਬ ਹੈਗਾ, ਇਹ ਬਹੁਤ ਖੁਸ਼ੀ ਦੀ ਗੱਲ ਹੈਗੀ, ਪਰ ਉਹਨੂੰ ਜ਼ਿਆਦਾ ਅਸੀਂ ਕਿਸ ਤਰ੍ਹਾਂ ਅੱਗੇ ਲੈ ਕੇ ਜਾਈਏ, ਅਸੀਂ ਰਲ ਮਿਲ ਕੇ ਕੰਮ ਕਰਨਾ। ਐਂਡ ਜੈਨ ਸਿੰਘ, ਤੁਸੀਂ ਆਖਰੀ ਦੇ ਵਿੱਚ ਤੁਹਾਡਾ ਕੀ ਮੈਸੇਜ ਹੈਗਾ ਸਾਰੀ ਸਿੱਖ ਸੰਗਤ ਨੂੰ, ਸਿੱਖ ਚੈਨਲ ਦੇ ਦਰਸ਼ਕ, ਜੇ ਸਾਰੀ ਦੁਨੀਆ ਤੁਹਾਨੂੰ ਦੇਖਦੇ, ਤੁਸੀਂ ਕੀ ਸੰਦੇਸ਼ ਦਿਓਗੇ ਸਾਰੀ ਸਿੱਖ ਕਮਿਊਨਿਟੀ ਨੂੰ ਵਰਲਡ ਵਾਈਡ? ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਜੀ ਕਿ ਗੁਰੂ ਦੇ ਲੜ ਲੱਗੋ, ਗੁਰੂ ਵਾਲੇ ਬਣੋ, ਕਮਿਊਨਿਟੀ ਨਾਲ ਪਿਆਰ ਕਰੋ, ਆਪਣਾ ਕੰਮ ਵੀ ਕਰੋ, ਤਰੱਕੀਆਂ ਮਾਣੋ। ਬਾਬਾ ਤੁਹਾਡੇ 'ਤੇ ਕਿਰਪਾ ਕਰੇ। ਮੈਂ ਸਾਰਿਆਂ ਦੇ ਵਾਸਤੇ ਅਰਦਾਸ ਕਰਦਾ ਹਾਂ ਕਿ ਜਿਸ ਤਰ੍ਹਾਂ ਸਿੱਖ ਚੈਨਲ ਸੇਵਾ ਕਰ ਰਿਹਾ ਹੈ ਸਿੱਖਾਂ ਦੀ, ਸਿੱਖ ਸੰਗਤ ਦੀ, ਇਸੇ ਤਰ੍ਹਾਂ ਹੋਰ ਵੀ ਵੀਰ ਉਪਰਾਲਾ ਕਰਨ ਅਤੇ ਸਿੱਖ ਚੈਨਲ ਨੂੰ ਚੜ੍ਹਦੀ ਕਲਾ ਹੋਵੇ। ਇਹੋ ਕਰਕੇ ਮੈਂ ਤੁਹਾਡੀਆਂ ਸ਼ੁਭ ਕਾਮਨਾਵਾਂ ਦੇ ਨਾਲ ਤੁਹਾਡੇ ਨਾਲ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸੀ ਜੈਨ ਸਿੰਘ, ਪੈਨਾਮਾ। ਹਰਪ੍ਰੀਤ ਸਿੰਘ, ਤੁਹਾਡੇ ਸਹੁਰਾ ਸਾਹਿਬ ਨੇ ਬਹੁਤ ਵਧੀਆ ਸੰਦੇਸ਼ ਦਿੱਤਾ। ਤੁਸੀਂ ਕੀ ਕਹੋਗੇ ਸਾਰੇ ਸਿੱਖ ਕਮਿਊਨਿਟੀ ਵਰਲਡ ਵਾਈਡ, ਖਾਸ ਕਰ ਪੈਨਾਮਾ ਬਾਰੇ? ਪੈਨਾਮਾ ਇੱਥੇ ਆਪਣੇ ਸਿੱਖ ਪੰਜਾਬੀ ਰਹਿੰਦੇ, ਕਾਫੀ ਮਿਹਨਤ ਕੀਤੀ। ਤੁਸੀਂ ਕੋਈ ਕੋਨੇ 'ਚ ਚਲ ਜਾਓ ਦੁਨੀਆ ਵਿੱਚ, ਤੁਹਾਨੂੰ ਸਿੱਖ ਭਾਈਚਾਰਾ ਜ਼ਰੂਰ ਮਿਲੂਗਾ, ਭਾਵੇਂ ਥੋੜ੍ਹੇ ਹੋਣ। ਇੱਥੇ ਪੈਨਾਮਾ ਕਈ ਲੋਕਾਂ ਨੇ ਮੁਲਕ ਦਾ ਨਾਂ ਸੁਣਿਆ ਨਹੀਂ,
ਇੱਥੇ ਕਾਫੀ ਸਿੱਖ ਕਮਿਊਨਿਟੀ ਹੈਗੀ ਆ, ਥੋੜ੍ਹੀ ਆ ਪਰ ਕਾਫੀ ਪ੍ਰਾਪਤੀ ਕਰਦੀ, ਤਰੱਕੀ ਕਰਦੇ, ਤੁਸੀਂ ਕੀ ਕਹੋਗੇ? ਮੈਂ ਆਪਣੀ ਸਿੱਖ ਕਮਿਊਨਿਟੀ ਨੂੰ ਮਤਲਬ ਖਾਸ ਕਰਕੇ ਪਨਾਮਾ ਜਿਹੜੇ ਸਿੱਖ ਨੇ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਭਈ ਉਹ ਆਪਣੇ ਜਿਹੜੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਕੇ ਰੱਖਣ ਔਰ ਆਪ ਵੀ ਜੁੜਨ ਔਰ ਸਾਲ 2 ਸਾਲ ਬਾਅਦ ਆਪਣੇ ਪਿੱਛੇ ਪੰਜਾਬ ਵਿੱਚ ਜ਼ਰੂਰ ਚੱਕਰ ਲਗਾਉਣ ਤਾਂ ਕਿ ਸਿੱਖ ਆਪਣੇ ਬੱਚਿਆਂ ਨੂੰ ਜੋ ਆਪਣੇ ਕਲਚਰ ਸਿੱਖੀਜ਼ਮ ਬਾਰੇ ਪਤਾ ਲੱਗ ਸਕੇ। ਹੋਰ ਇਹ ਮੈਂ ਸੰਦੇਸ਼ ਦੇਣਾ ਚਾਹੁੰਦਾ, ਹੋਰ ਇੱਕ ਅਪੀਲ ਕਰਨਾ ਚਾਹੁੰਦਾ ਕਿ ਕੁਝ ਨਾ ਕੁਝ ਅਜਿਹਾ ਕੀਤਾ ਜਾਵੇ ਜਿਸ ਨਾਲ ਜਿਹੜੇ ਗੁਰਦੁਆਰਾ ਸਾਹਿਬ ਜਾਂ ਹੋਰ ਕੋਈ ਇਹੋ ਜਿਹੇ ਉਪਰਾਲੇ ਕੀਤੇ ਜਾਣ ਜਿਸ ਨਾਲ ਬੱਚੇ ਆਪਣੇ ਗੁਰਸਿੱਖੀ ਨਾਲ ਜੁੜਨ ਔਰ ਬਾਣੀ ਦੀ ਜਾਣਕਾਰੀ ਲੈ ਸਕਣ। ਸੋ ਬਾਕੀ ਸਿੱਖ ਚੈਨਲ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਆਪਣੇ ਸਾਡੇ ਪਨਾਮਾ ਇੱਥੇ ਆਏ ਹੋਏ ਨੇ ਔਰ ਵਰਲਡ ਵਾਈਡ ਬਹੁਤ ਲੋਕ ਪਨਾਮਾ ਬਾਰੇ ਨਹੀਂ ਜਾਣਦੇ ਔਰ ਇਹਦੇ ਨਾਲ ਹੋਰ ਪਨਾਮਾ ਬਾਰੇ ਪਤਾ ਲੱਗੇਗਾ ਵੀ ਇੱਥੇ ਵੀ ਸਿੱਖ ਵਸ ਰਹੇ ਨੇ ਔਰ ਆਪਣੇ ਜਿਹੜੇ ਕਲਚਰ ਨੂੰ ਬਕਾਇਦਾ ਬਰਕਰਾਰ ਰੱਖਿਆ ਹੋਇਆ ਹੈ ਇੱਥੇ ਉਹਨਾਂ ਦਾ ਬਹੁਤ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਤੁਹਾਡਾ ਜੀ। ਚੈਨ ਸਿੰਘ ਅਤੇ ਹਰਪ੍ਰੀਤ ਸਿੰਘ ਪਨਾਮਾ ਇੱਥੇ ਪੰਜਾਬੀ ਆਪਣੇ ਦੂਰੋਂ ਆਏ, ਦੇਸ਼ ਛੱਡ ਕੇ ਕਾਫੀ ਦੂਰੀਆਂ ਘੁੰਮ ਕੇ ਆ ਗਏ। ਇੰਗਲੈਂਡ ਅੱਧ 'ਚ ਕਹਿ ਲਓ, ਇਹ ਪਨਾਮਾ ਕਾਫੀ ਦੂਰ ਹੈਗਾ ਕਿ ਇਹਨੇ ਨਾਂ ਸੁਣਿਆ ਨਹੀਂ ਇਸ ਮੁਲਕ ਦਾ, ਪਰ ਇਹਨੇ ਧਰਮ ਨਹੀਂ ਛੱਡਿਆ। ਚੈਨ ਸਿੰਘ ਪਹਿਲਾਂ ਦਸਤਾਰਧਾਰੀ ਸਿੱਖ, ਇਹਨੇ ਆਪਣੀ ਕੇਸ ਰੱਖੇ, ਗੁਰਮੁਖੀ ਰੱਖੀ, ਗੁਰਬਾਣੀ ਨਾਲ ਜੁੜੇ ਰਹੇ। ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੈਗੀ। ਅਸੀਂ ਚਾਹੁੰਦੇ ਵੀ ਤੁਸੀਂ ਇਸ ਤਰ੍ਹਾਂ ਹੀ ਸਿੱਖ ਚੈਨਲ ਨਾਲ ਕਨੈਕਸ਼ਨ ਰੱਖ ਕੇ ਸਾਨੂੰ ਅਪਡੇਟ ਦੇ ਕਰਨੀ ਪਨਾਮਾ ਸਿੱਖਣ ਦੀ। ਅਸੀਂ ਥੋੜ੍ਹੀ ਸਾਰੀ ਕਵਰੇਜ ਕਰਾਂਗੇ, ਗੁਰਪੁਰਬ ਹੋਵੇ, ਵਿਸਾਖੀ ਹੋਵੇ, ਇਸ ਤਰ੍ਹਾਂ ਅਸੀਂ ਰਲ ਮਿਲ ਕੇ ਇਕੱਠੇ ਰਹਿਣਾ ਤਾਂ ਤੁਹਾਡੀ ਪੂਰੀ ਸਹਾਇਤਾ ਦੇਣੀ। ਠੀਕ ਹੈ ਜੀ, ਜੋ ਤੁਹਾਡਾ ਹੁਕਮ ਹੈ ਸਿਰ ਮੱਥੇ 'ਤੇ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰੂੰਗਾ। ਇਸ ਤਰ੍ਹਾਂ ਬਾਕੀ ਜੋ ਤੁਸੀਂ ਕੱਲ੍ਹ ਨੂੰ ਗੁਰਦੁਆਰੇ ਸਾਹਿਬ ਵੀ ਆ ਰਹੇ ਹੋ, ਉੱਥੇ ਵੀ ਤੁਹਾਡੇ ਦਰਸ਼ਨ ਕਰਾਂਗੇ। ਜੋ ਸੰਗਤ ਜਿਵੇਂ ਕਹੇਗੀ ਉਸ ਤਰ੍ਹਾਂ ਹੋਏਗਾ। ਬਾਕੀ ਜੋ ਸੇਵਾ ਮੈਂ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।